हेलो एवरीवन, दिस साइड साहिल। तो ਅੱਜ मैं ਤੁਹਾਨੂੰ ਕੈਮੀਕਲ ਕੋਆਰਡੀਨੇਸ਼ਨ ਐਂਡ ਇੰਟੀਗ੍ਰੇਸ਼ਨ ਦਾ ਪਾਰਟ 3 ਪੜਾਉਂਗੀ, ਜਿਸ ਦੇ ਵਿੱਚ ਆਪਾਂ ਥਰਡ ਗਲੈਂਡ ਬਾਰੇ ਪੜਾਂਗੇ, ਦੈਟ ਇਜ਼ ਐਂਡੋਕ੍ਰਾਈਨ ਗਲੈਂਡ, ਦੈਟ ਇਜ਼ ਥਾਇਰਾਇਡ ਗਲੈਂਡ। ਆਲਰਾਈਟ, ਤੇ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਨਾ ਕੁਝ ਦਿਖਾਉਣਾ ਭੁੱਲ ਗਈ। ਲੈਟ ਮੀ ਸ਼ੋ ਯੂ ਨਾਓ, ਦੈਟ ਇਜ਼ ਦਿਸ। ਇੱਥੇ ਦੇਖੋ, ਆਪਣੇ ਕੋਲ ਆ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਨਾ, ਮਟਰ ਦੇ ਦਾਣਾ ਜਿੰਨਾ ਕੀ ਹੈ ਪਿਟਿਊਟਰੀ ਗਲੈਂਡ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਕੀ ਹਾਈਪੋਥੈਲਮਸ। ਆ ਆਪਣੇ ਕੋਲ ਬ੍ਰੇਨ ਆ ਬ੍ਰੇਨ ਦੇ ਅੰਦਰ ਹੀ ਆਪਣੇ ਕੋਲ ਕੀ ਆ ਹਾਈਪੋਥੈਲਮਸ ਆ। ਬ੍ਰੇਨ ਦਾ ਇੱਕ ਪਾਰਟ ਹੁੰਦਾ ਡਾਇਸੈਫਲਨ, ਮੈਂ ਤੁਹਾਨੂੰ ਸਮਝਾਇਆ ਸੀ ਨਾ ਡਾਇਸੈਫਲਨ, ਉਸ ਦਾ ਪਾਰਟ ਹੁੰਦਾ ਹਾਈਪੋਥੈਲਮਸ। ਹਾਈਪੋਥੈਲਮਸ ਆਪਣੇ ਕੋਲ ਇੱਕ ਡਾਇਸੈਫਲਨ ਹੁੰਦਾ ਜੋ ਬ੍ਰੇਨ ਦਾ ਪਾਰਟ ਹੀ ਹੁੰਦਾ, ਉਹਦਾ ਪਾਰਟ ਹੁੰਦਾ ਹਾਈਪੋਥੈਲਮਸ। ਤੇ ਪਿਟਿਊਟਰੀ ਗਲੈਂਡ ਇੱਥੇ ਦੇਖੋ, ਪਿਟਿਊਟਰੀ ਗਲੈਂਡ ਮੈਂ ਰਿਮੂਵ ਕਰਾਂ, ਆ ਮਟਰ ਦੇ ਦਾਣਾ ਜਿੰਨਾ ਆਪਣੇ ਕੋਲ ਕੀ ਆ ਪਿਟਿਊਟਰੀ ਗਲੈਂਡ, ਠੀਕ ਹੈ। ਉਸ ਤੋਂ ਬਾਅਦ ਇੱਕ ਚੀਜ਼ ਹੋਰ ਦਿਖਾਣੀ ਸੀ, ਆ ਦੇਖੋ ਇੱਥੇ ਕੀ ਆ ਕਿ ਆਪਣੇ ਕੋਲ ਆ ਪੋਸਟੀਰੀਅਰ ਪਿਟਿਊਟਰੀ ਹੋ ਗਈ, ਤੇ ਆ ਆਪਣੇ ਕੋਲ ਕੀ ਹੋਗੀ ਐਂਟੀਰੀਅਰ ਪਿਟਿਊਟਰੀ ਹੋ ਗਈ। ਕੀ ਹੋਗੀ ਐਂਟੀਰੀਅਰ ਪਿਟਿਊਟਰੀ। ਆ ਦੇਖੋ ਐਂਟੀਰੀਅਰ ਪਿਟਿਊਟਰੀ, ਤੇ ਇਹਦੇ ਆਪਣੇ ਕੋਲ ਪਾਸਟ ਇੰਟਰਮੀਡੀਏਟ ਤੇ ਪਾਸਟ ਡਿਸਟੈਲਸ ਆ, ਜੋ ਆਪਣੇ ਕੋਲ ਹਿਊਮਨਸ ਦੇ ਵਿੱਚ ਮਰਜਡ ਹੁੰਦਾ ਬਟ ਐਨੀਮਲਸ ਦੇ ਵਿੱਚ ਅਲੱਗ-ਅਲੱਗ ਹੁੰਦਾ। ਆ ਹਾਈਪੋਥੈਲਮਸ ਹੋ ਗਿਆ, ਤੇ ਉਸ ਤੋਂ ਬਾਅਦ ਪੋਸਟੀਰੀਅਰ ਪਿਟਿਊਟਰੀ, ਐਂਟੀਰੀਅਰ ਪਿਟਿਊਟਰੀ, ਉਹਦੇ ਦੋ ਪਾਰਟਸ ਹੋ ਗਏ। ਹੋਰ ਤੁਹਾਨੂੰ ਕੁਛ ਜਾਣਨ ਦੀ ਲੋੜ ਨਹੀਂ ਹੈਗੀ ਇੱਥੇ, ਠੀਕ ਹੈ। ਮੈਂ ਵਿਦ ਡਾਇਗਰਾਮ ਸਟੱਡੀ ਕਰਵਾਉਂਗੀ। ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਣਾ ਭੁੱਲ ਗਈ ਸੀਗੀ, ਸੋ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਦਾ। ਸੋ ਲੈਟਸ ਨਾਓ ਕੰਟੀਨਿਊ ਵਿਦ just wait a minute, continue with a detailed explanation about the third gland that is called thyroid gland, ਠੀਕ ਹੈ। ਜਿਸ ਕਰਕੇ ਆਪਾਂ ਨੂੰ ਗੋਇਟਰ ਵੀ ਹੋ ਜਾਂਦਾ। ਤੁਸੀਂ ਅੱਧਿਆਂ ਨੂੰ ਦੇਖਿਆ ਹੋਏਗਾ ਬੰਦਿਆਂ ਨੂੰ ਕਿ ਜਿਹੜੇ ਬਹੁਤ ਮੋਟੇ ਹੋ ਜਾਂਦੇ ਨੇ, ਜਾਂ ਫਿਰ ਜਿਨ੍ਹਾਂ ਦਾ ਨਾ ਗਲਾ ਬਹੁਤ ਸੁੱਜਿਆ ਹੋ ਜਾਂਦਾ, ਬਾਹਰ ਨੂੰ ਨਿਕਲ ਜਾਂਦਾ। ਉਹ ਕਿਉਂ ਹੁੰਦਾ? ਉਹ ਇਸ ਕਰਕੇ ਹੁੰਦਾ ਕਿਉਂਕਿ ਇਹਨਾਂ ਨੂੰ ਥਾਇਰਾਇਡ ਦੀ ਪ੍ਰੋਬਲਮ ਹੁੰਦੀ ਹੈ। ਥਾਇਰਾਇਡ ਦੀ ਪ੍ਰੋਬਲਮ ਕਿਉਂ ਹੁੰਦੀ? ਕਿਉਂਕਿ ਉਹਨਾਂ ਦੇ ਖਾਣੇ ਵਿੱਚ, ਉਹਨਾਂ ਦੇ ਫੂਡ ਦੇ ਵਿੱਚ ਕਿਸ ਚੀਜ਼ ਦੀ ਕਮੀ ਹੋ ਜਾਂਦੀ ਹੈ? ਆਇਓਡੀਨ ਦੀ ਕਮੀ ਹੋ ਜਾਂਦੀ ਹੈ। ਚਲੋ ਇਹ ਸਭ ਚੀਜ਼ਾਂ ਬਾਰੇ ਆਪਾਂ ਡਿਟੇਲਸ ਪੜ੍ਹਾਂਗੇ। ਫਿਲਹਾਲ ਦੀ ਘੜੀ ਆਪਾਂ ਪੜ੍ਹਦੇ ਹਾਂ ਕਿ ਆਪਣੇ ਕੋਲ ਥਾਇਰਾਇਡ ਗਲੈਂਡ ਕੀ ਹੁੰਦਾ, ਠੀਕ ਹੈ। ਥਾਇਰਾਇਡ ਗਲੈਂਡ ਬਾਰੇ ਪੜ੍ਹਨ ਜਾ ਰਹੇ ਹਾਂ, ਜੋ ਆਪਣੇ ਕੋਲ ਤੀਜਾ ਐਂਡੋਕ੍ਰਾਈਨ ਗਲੈਂਡ ਆ, ਠੀਕ ਹੈ। ਆਪਣੇ ਕੋਲ ਕੀ ਆ ਲਾਰਜੈਸਟ ਗਲੈਂਡ ਆ, ਲਾਰਜੈਸਟ ਐਂਡੋਕ੍ਰਾਈਨ ਗਲੈਂਡ ਆਪਣੀ ਬੋਡੀ ਦੇ ਅੰਦਰ। ਇਹ ਲਾਰਜੈਸਟ ਐਂਡੋਕ੍ਰਾਈਨ ਗਲੈਂਡ ਇਨਸਾਈਡ ਅ ਬੋਡੀ, ਠੀਕ ਹੈ। ਇਨਸਾਈਡ ਅ ਬੋਡੀ ਇਟਸ ਅ ਲਾਰਜੈਸਟ ਐਂਡੋਕ੍ਰਾਈਨ ਗਲੈਂਡ। ਤੇ ਇਹਦਾ ਓਰੀਜਨ ਕੀ ਆ? ਐਕਟੋਡਰਮਲ। ਆਪਾਂ ਹੁਣ ਤੱਕ ਦੋ ਹਾਰਮੋਨਸ ਬਾਰੇ ਪੜ੍ਹ ਚੁੱਕੇ ਹਾਂ, ਹਾਈਪੋਥੈਲਮਸ ਐਂਡ ਪਿਟਿਊਟਰੀ ਗਲੈਂਡ। ਦੋਨਾਂ ਦਾ ਹੀ ਓਰੀਜਨ ਕੀ ਆ? ਐਕਟੋਡਰਮਲ। ਮੈਂ ਹਰ ਇੱਕ ਵੀਡੀਓ 'ਚ ਸਮਝਾਉਂਦੀ ਹਾਂ ਕਿ ਐਕਟੋਡਰਮਲ ਦਾ ਮਤਲਬ ਕੀ ਆ। ਆਪਣੇ ਕੋਲ ਨਾ 3 ਤਰ੍ਹਾਂ ਦੀਆਂ ਲੇਅਰਸ ਹੁੰਦੀਆਂ ਨੇ, ਠੀਕ ਹੈ। ਆਪਣੇ ਕੋਲ ਜਿਹੜੀ ਸਰਲ ਅੰਦਰਲੀ ਹੁੰਦੀ ਉਹਨੂੰ ਆਪਾਂ ਐਂਡੋ ਕਹਿ ਦਿੰਦੇ ਹਾਂ, ਜਿਹੜੀ ਵਿਚਾਲਲੀ ਹੁੰਦੀ ਉਹਨੂੰ ਆਪਾਂ ਮੀਜ਼ੋ ਕਹਿ ਦਿੰਦੇ ਹਾਂ, ਐਂਡ ਜਿਹੜੀ ਬਾਹਰਲੀ ਹੁੰਦੀ ਉਹਨੂੰ ਆਪਾਂ ਐਕਟੋ ਕਹਿ ਦਿੰਦੇ ਹਾਂ। ਇਹਦਾ ਭਾਵ ਕਿ ਇਹ ਅਲੱਗ-ਅਲੱਗ ਲੇਅਰਸ ਤੋਂ ਅਲੱਗ-ਅਲੱਗ ਔਰਗਨ ਸਿਸਟਮ ਬਣੇ ਹੁੰਦੇ ਨੇ। ਜਿਹੜਾ ਆਪਣੇ ਕੋਲ ਹਾਈਪੋਥੈਲਮਸ, ਪਿਟਿਊਟਰੀ ਗਲੈਂਡ ਤੇ ਥਾਇਰਾਇਡ ਗਲੈਂਡ ਕੀ ਤੋਂ ਬਣੇ ਆ? ਬਾਹਰਲੀ ਲੇਅਰ ਤੋਂ ਬਣੇ ਨੇ, ਐਕਟੋਡਰਮਲ ਲੇਅਰ ਤੋਂ ਬਣੇ ਨੇ, ਠੀਕ ਹੈ। ਐਕਟੋਡਰਮਲ ਲੇਅਰ ਤੋਂ ਬਣੇ ਨੇ। ਐਂਡ ਹੇਅਰ ਵੀ ਰਾਈਟ ਦੈਟ ਆਪਣੇ ਕੋਲ ਜਿਹੜਾ ਓਰੀਜਨ ਕੀ ਆ, ਕਿਹਦਾ ਓਰੀਜਨ? ਆਪਣੇ ਕੋਲ ਪਿਟਿਊਟਰੀ ਗਲੈਂਡ ਦਾ ਓਰੀਜਨ ਕੀ ਆ? ਦੈਟ ਇਜ਼ ਐਕਟੋਡਰਮਲ। ਕੀ ਆ? ਐਕਟੋਡਰਮਲ, ਠੀਕ ਹੈ। ਐਕਟੋਡਰਮਲ ਦਾ ਤੁਹਾਨੂੰ ਪਤਾ ਚੱਲ ਗਿਆ। ਹੁਣ ਆਪਾਂ ਲੋਕੇਸ਼ਨ ਬਾਰੇ ਵੀ ਪਤਾ ਕਰਦੇ ਹਾਂ ਕਿ ਆਪਣੀ ਜਿਹੜੀ ਥਾਇਰਾਇਡ ਗਲੈਂਡ ਦੀ ਲੋਕੇਸ਼ਨ ਕੀ ਆ। ਹੁਣ ਮੈਂ ਤੁਹਾਨੂੰ ਇਹਦੀ ਪਿਕਚਰ ਵੀ ਦਿਖਾਉਂਗੀ, ਨਹੀਂ ਤਾਂ ਮੈਂ ਫਿਰ ਭੁੱਲ ਜਾਣਾ ਇਹਦੇ 'ਤੇ, ਠੀਕ ਹੈ। ਲੋਕੇਸ਼ਨ ਇਹਦੀ ਹੈਗੀ ਆ ਵੈਂਟਰਲ ਸਾਈਡ ਆਫ ਟਰੈਕੀਆ ਦੀ ਵੈਂਟਰਲ। ਹੁਣ ਵੈਂਟਰਲ ਤੇ ਡੋਰਸਲ ਦਾ ਮਤਲਬ ਕੀ ਹੁੰਦਾ? ਵੈਂਟਰਲ ਮਤਲਬ ਮੂਹਰੇ। ਆਪਣੇ ਕੋਲ ਟਰੈਕੀਆ ਦੇ ਮੂਹਰੇ ਆਪਣੇ ਕੋਲ ਕਿਹਦੀ ਹੁੰਦੀ ਆ? ਆਪਣੇ ਕੋਲ ਮੂਹਰੇ ਥਾਇਰਾਇਡ ਗਲੈਂਡ। ਬਟਰਫਲਾਈ ਗਲੈਂਡ ਆਪਾਂ ਇਹਨੂੰ ਕਹਿੰਦੇ। ਬਟਰਫਲਾਈ ਮੈਨੂੰ ਬਣਾਉਣੀ ਨਹੀਂ ਆਈ, ਜਸਟ ਵੇਟ ਅ ਮਿਨਟ। ਜੇ ਮੈਂ ਤੁਹਾਨੂੰ ਬਣਾ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂ, ਨਹੀਂ ਬਣੀ। ਮੈਂ ਤੁਹਾਨੂੰ ਡਾਇਗਰਾਮ ਵੀ ਸ਼ੋ ਕਰੂੰਗੀ, ਬਟ ਸਟਿਲ ਲੈਟ ਮੀ ਟਰਾਈ, ਠੀਕ ਹੈ। ਯਾ ਸਮਵਟ ਦਿਸ, ਠੀਕ ਹੈ। ਐਵੇਂ ਦਾ ਕੁਛ ਬਟਰਫਲਾਈ ਐਵੇਂ ਨਹੀਂ ਹੁੰਦੀ, ਬਟਰਫਲਾਈ ਉੱਪਰ ਇਹਦੇ ਵਿੰਗਸ ਲਾ ਦਈਏ ਜੇ ਆਪਾਂ, ਠੀਕ ਹੈ। ਸੋ ਐਵੇਂ ਦਾ ਕੁਛ ਇਹਦਾ ਸਟਰਕਚਰ ਹੁੰਦਾ ਹੈ। ਸੇ ਇਹ ਟਰੈਕੀਆ ਹੈ ਫੋਰ ਐਗਜ਼ਾਮਪਲ। ਫੋਰ ਐਗਜ਼ਾਮਪਲ ਤੁਸੀਂ ਸਪੋਜ਼ ਕਰ ਲਓ ਕਿ ਆ ਕੀ ਹੈ? ਟਰੈਕੀਆ ਦੇ ਮੂਹਰਲੇ ਵੈਂਟਰਲ ਸਾਈਡ। ਵੈਂਟਰਲ ਦਾ ਮਤਲਬ ਹੁੰਦਾ ਮੂਹਰੇ, ਠੀਕ ਹੈ। ਸੋ ਆਪਣੇ ਕੋਲ ਜਿਹੜਾ ਥਾਇਰਾਇਡ ਗਲੈਂਡ ਆ, ਇਹਦੀ ਲੋਕੇਸ਼ਨ ਕੀ ਆ? ਦੈਟ ਇਜ਼ ਵੈਂਟਰਲ ਸਾਈਡ ਆਫ ਟਰੈਕੀਆ ਦੀ ਵੈਂਟਰਲ ਸਾਈਡ 'ਤੇ ਪ੍ਰੈਜ਼ੈਂਟ ਆ। ਵੈਂਟਰਲ ਸਾਈਡ ਆਫ ਟਰੈਕੀਆ, ਠੀਕ ਹੈ। ਇਹ ਗੱਲ ਸਮਝ ਆ ਗਈ। ਤੇ ਉਸ ਤੋਂ ਬਾਅਦ ਮੈਂ ਇਹਦੀ ਤੁਹਾਨੂੰ ਡਾਇਗਰਾਮ ਦਿਖਾਣਾ। ਇਟਸ ਦਿਸ।
ਤੁਸੀਂ ਇੱਥੇ ਜੇ ਦੇਖਣ ਦੀ ਕੋਸ਼ਿਸ਼ ਕਰੋਗੇ ਕਿ ਆਪਣੇ ਕੋਲ ਆ ਕੀ ਆ, ਆਪਣੇ ਕੋਲ ਆ ਗਿਆ ਟਰੈਕੀਆ। ਟਰੈਕੀਆ ਦੀ ਮੂਰਲੀ ਸਾਈਡ ਤੇ ਦੇਖੋ ਬਟਰਫਲਾਈ ਟਾਈਪ ਨਹੀਂ ਹੈਗਾ ਕੁਛ, ਠੀਕ ਹੈ, ਬਟਰਫਲਾਈ ਟਾਈਪ ਹੈ ਤੇ ਵਿੰਗਸ ਲਾ ਦੀਏ ਤਾਂ ਆਪਾਂ ਕੀ ਬਣ ਗਿਆ, ਬਟਰਫਲਾਈ ਬਣ ਗਿਆ। ਸੋ ਆਪਣੇ ਕੋਲ ਬਟਰਫਲਾਈ ਸ਼ੇਪਡ ਹੁੰਦਾ ਥਾਇਰੋਇਡ ਗਲੈਂਡ, ਠੀਕ ਹੈ, ਇਸ ਤਰ੍ਹਾਂ ਦਾ ਹੁੰਦਾ। ਤੇ ਆ ਰਿਹਾ ਆਪਣੇ ਕੋਲ ਥਾਇਰੋਇਡ ਗਲੈਂਡ, ਸਮਝ ਆ ਗਈ ਗੱਲ। ਆਪਣੀ ਟਰੈਕੀਆ ਐਂਡ ਇਹਦੀ ਵੈਂਟਰਲ ਸਾਈਡ ਮਤਲਬ ਇਹਦੇ ਮੂਹਰੇ ਕੀ ਪ੍ਰੈਜ਼ੈਂਟ ਹੁੰਦਾ ਆਪਣੇ ਕੋਲ ਥਾਇਰੋਇਡ ਗਲੈਂਡ। ਇੱਕ ਪੈਰਾਥਾਇਰੋਇਡ ਗਲੈਂਡ ਹੈਗਾ ਜੋ ਆਪਾਂ ਇਸ ਤੋਂ ਬਾਅਦ ਪੜਾਂਗੇ, ਉਹ ਆਪਣੇ ਕੋਲ ਇਹਦੀ ਡੋਰਸਲ ਸਾਈਡ, ਟਰੈਕੀਆ ਦੀ ਡੋਰਸਲ ਸਾਈਡ ਮਤਲਬ ਇਹਦੇ ਪਿੱਛੇ ਪ੍ਰੈਜ਼ੈਂਟ ਹੋਏਗਾ, ਠੀਕ ਹੈ। ਇਸ ਕਰਕੇ ਯਾਦ ਰੱਖਿਓ ਜਿਹੜਾ ਆਪਣੇ ਕੋਲ ਥਾਇਰੋਇਡ ਗਲੈਂਡ ਆ ਆਪਣੇ ਕੋਲ ਵੈਂਟਰਲ ਸਾਈਡ ਆਫ ਟਰੈਕੀਆ ਦੇ ਪ੍ਰੈਜ਼ੈਂਟ ਹੈ, ਠੀਕ ਹੈ। ਲੈਟਸ ਗੋ ਬੈਕ ਟੂ ਅ ਵਰਕ। ਮੈਂ ਆ ਵੀ ਦਿਖਾਦਾ ਤੁਹਾਨੂੰ ਹੁਣੇ। ਤੇ ਉਸ ਤੋਂ ਬਾਅਦ ਆਪਣੇ ਕੋਲ ਕੀ ਆ, ਮੈਂ ਇਸਥਮਸ ਬਾਰੇ ਪੜਾਉਂਗੀ ਤੁਹਾਨੂੰ। ਇਸਥਮਸ ਕੀ ਹੁੰਦਾ, ਆਪਣੇ ਕੋਲ ਕਨੈਕਟਿਵ ਟਿਸ਼ੂ ਹੁੰਦਾ ਤੇ ਆਪਣੇ ਕੋਲ ਦੋ ਲੋਬਸ ਹੁੰਦੇ ਨੇ, ਆ ਲੈਫਟ ਲੋਬ ਆ, ਇਹਦਾ ਰਾਈਟ ਲੋਬ ਆ ਟਰੈਕੀਆ ਹੁੰਦਾ। ਲੈਰਿੰਗਸ ਜਿਹਨੂੰ ਆਪਾਂ ਵੋਇਸ ਬਾਕਸ ਕਹਿੰਦੇ, ਜਿੱਥੋਂ ਆਪਣਾ ਵੋਇਸ ਪ੍ਰੋਡਿਊਸ ਹੁੰਦੀ ਆ। ਇਹ ਹਰ ਟਾਈਮ ਜਦ ਆਪਾਂ ਬੋਲਦੇ ਆ ਨਾ, ਇਹ ਜਸਟ ਕੰਟਰੈਕਸ਼ਨ ਹੁੰਦੀ ਹੈ ਇਹਦੇ ਵਿੱਚ, ਇਸ ਕਰਕੇ ਆਪਣੀ ਵੋਇਸ ਪ੍ਰੋਡਿਊਸ ਹੁੰਦੀ ਹੈ। ਥਾਇਰੋਇਡ ਗਲੈਂਡ ਹੋ ਗਿਆ। ਇਸਥਮਸ ਜੋ ਕਨੈਕਟਿਵ ਟਿਸ਼ੂ ਆ ਦੋਨਾਂ ਲੋਬਸ ਦੇ ਵਿੱਚ, ਆ ਲੈਫਟ ਲੋਬ ਆ, ਰਾਈਟ ਲੋਬ ਆ ਤੇ ਟਰੈਕੀਆ। ਵੈਸੇ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੈ, ਜਿਹੜਾ ਆਪਾਂ ਡਾਇਗਰਾਮਸ ਬਣਾਉਂਦੇ ਆ ਬਾਇਓਲੋਜੀ ਦੇ ਵਿੱਚ, ਤੁਸੀਂ ਆਪਣੇ ਰਾਈਟ ਹੈਂਡ ਨੂੰ ਰਾਈਟ ਸਾਈਡ ਨਹੀਂ ਕਹਿਣੀ ਹੁੰਦੀ, ਕਿਉਂਕਿ ਤੁਸੀਂ ਲਿਖ ਰਹੇ ਹੋ ਆਪਣੇ ਰਾਈਟ ਹੈਂਡ ਨਾਲ, ਬਟ ਐਕਚੁਅਲ ਦੇ ਵਿੱਚ ਤਾਂ ਉਹ ਡਾਇਗਰਾਮ ਜੇ ਤੁਸੀਂ ਸਿੱਧਾ ਖੜ ਕੇ ਦੇਖੋਗੇ ਨਾ ਉਸ ਡਾਇਗਰਾਮ, ਮਤਲਬ ਇਨ ਦ ਸੈਂਸ ਜਿਹੜੀ ਆਪਾਂ ਬਾਇਓਲੋਜੀ ਡਾਇਗਰਾਮਸ ਦੇ ਵਿੱਚ ਜਿਹੜਾ ਆਪਣਾ ਰਾਈਟ ਹੈਂਡ ਹੁੰਦਾ ਉੱਥੇ ਲੈਫਟ ਚੀਜ਼ ਹੁੰਦੀ ਹੈ, ਜਿਹੜਾ ਆਪਣਾ ਲੈਫਟ ਹੈਂਡ ਹੁੰਦਾ ਉੱਥੇ ਆਪਣੀ ਰਾਈਟ ਚੀਜ਼ ਹੁੰਦੀ ਹੈ। ਇਹ ਚੀਜ਼ ਧਿਆਨ ਰੱਖਿਓ। ਜਿਵੇਂ ਇੱਧਰਲੀ ਸਾਈਡ ਆਪਣਾ ਰਾਈਟ ਹੈਂਡ ਆ ਬਟ ਆਪਾਂ ਇਹਦੇ ਲੈਫਟ ਲੋਬ ਲਿਖੀ ਆ, ਇੱਧਰਲੀ ਸਾਈਡ ਆਪਣਾ ਕੀ ਹੈ ਲੈਫਟ ਹੈਂਡ ਆ ਬਟ ਆਪਾਂ ਇਹਦੇ ਰਾਈਟ ਲੋਬ ਲਿਖੀ ਆ। ਇਟਸ ਅ ਲੌਜਿਕ, ਇਹ ਯਾਦ ਰੱਖਣਾ, ਗਲਤ ਨਾ ਕਰਿਆ ਹੋ ਕਿਤੇ ਪੇਪਰ ਵਿੱਚ। ਐਵੇਂ ਹਾਰਟ ਦੇ ਵਿੱਚ ਹੁੰਦਾ ਰਾਈਟ ਆਰਟੀਕਲ, ਰਾਈਟ ਵੈਂਟਰੀਕਲ, ਲੈਫਟ ਆਰਟੀਕਲ, ਲੈਫਟ ਵੈਂਟਰੀਕਲ, ਠੀਕ ਹੈ। ਆਪਾਂ ਬਲੱਡ ਸਰਕੂਲੇਸ਼ਨ ਸਿਸਟਮ ਦੇ ਵਿੱਚ ਪੜਾਂਗੇ, ਠੀਕ ਹੈ। ਤੇ ਆਪਾਂ ਚੱਲਦੇ ਹਾਂ ਬੈਕ ਟੂ ਅ ਵਰਕ, ਠੀਕ ਹੈ। ਹੋਰ ਕੋਈ ਡਾਇਗਰਾਮ ਤਾਂ ਨਹੀਂ, ਬਸ ਆਹੀ ਡਾਇਗਰਾਮਸ ਦਿਖਾਉਣੀ ਸੀ ਮੈਂ, ਠੀਕ ਹੈ। ਤੇ ਚਲੋ ਠੀਕ ਹੈ। ਤੇ ਇੱਥੇ ਆਪਾਂ ਕਿੱਥੇ ਸੀਗੇ ਕਿ ਆਪਾਂ ਥਾਇਰੋਇਡ ਗਲੈਂਡ ਬਾਰੇ ਪੜ੍ਹ ਰਹੇ ਸੀਗੇ। ਐਂਡ ਓਨਲੀ ਗਲੈਂਡ ਟੂ ਸਟੋਰ ਇਟ ਹਾਰਮੋਨਸ, ਕਿ ਜਿਹੜਾ ਥਾਇਰੋਇਡ ਗਲੈਂਡ ਆ, ਇਹ ਕੀ ਹੋ ਰਿਹਾ, ਜਿਹੜਾ ਆਪਣੇ ਕੋਲ ਥਾਇਰੋਇਡ ਗਲੈਂਡ ਆ, ਇਹ ਇੱਕ ਤਾਂ ਲਾਰਜੈਸਟ ਐਂਡੋਕਰਾਈਨ ਗਲੈਂਡ ਦੀ ਯੂਨੀਕ ਥਿੰਗ ਹੋ ਗਈ, ਦੂਜਾ ਇਟਸ ਦਾ ਓਨਲੀ ਗਲੈਂਡ ਟੂ ਸਟੋਰ ਇਟਸ ਹਾਰਮੋਨ। ਇਹ ਸਿਰਫ ਇਕਲੌਤਾ ਹੀ ਗਲੈਂਡ ਆ ਜੋ ਆਪਣੇ ਹਾਰਮੋਨਸ ਨੂੰ ਸਟੋਰ ਕਰਕੇ ਰੱਖਦਾ। ਪਲੱਸ ਜਿਹੜਾ ਮੈਂ ਤੁਹਾਨੂੰ ਲਾਸਟ ਪੁਆਇੰਟ ਦੱਸ ਚੁੱਕੀ ਹਾਂ, ਜਿਹੜਾ ਥਾਇਰੋਇਡ ਗਲੈਂਡ ਆ ਆਪਣੇ ਕੋਲ ਬਟਰਫਲਾਈ ਸ਼ੇਪਡ ਹੈ, ਠੀਕ ਹੈ, ਬਟਰਫਲਾਈ ਸ਼ੇਪਡ ਹੈ। ਅਤੇ ਇਹਦੇ ਕੋਲ ਕੀ ਹੁੰਦੇ ਨੇ ਵਿਦ 2 ਲੋਬਸ, ਇਹਦੇ ਕੋਲ ਕੀ ਹੁੰਦੇ ਨੇ 2 ਲੋਬਸ ਹੁੰਦੇ ਨੇ, ਇੱਕ ਲੈਫਟ ਲੋਬ ਇੱਕ ਰਾਈਟ ਲੋਬ, ਠੀਕ ਹੈ। ਇਸ ਤੋਂ ਬਾਅਦ ਜੇ ਮੈਂ ਇਹਦੀ ਤੁਹਾਨੂੰ ਡਾਇਗਰਾਮ ਬਣਾ ਕੇ ਦਿਖਾਵਾਂ, ਇਹ ਕਿਵੇਂ ਹੁੰਦੀ ਆ, ਠੀਕ ਹੈ। ਐਕਚੁਅਲ ਦੇ ਵਿੱਚ ਮੇਰੀ ਡਾਇਗਰਾਮ ਇੰਨੀ ਵੀ ਮਾੜੀ ਨਹੀਂ ਹੈਗੀ, ਬਟ ਫੋਨ 'ਤੇ ਚੰਗੀ ਤਰੀਕੇ ਨਾਲ ਬਣਦੀਆਂ ਨਹੀਂ ਐਕਚੁਅਲੀ, ਠੀਕ ਹੈ। ਆਲਰਾਈਟ। ਅਤੇ ਉਸ ਤੋਂ ਬਾਅਦ ਆਪਣੇ ਕੋਲ ਇਹ ਇੱਥੇ ਕੀ ਹੁੰਦਾ, ਟਰੈਕੀਆ ਹੁੰਦਾ। ਸੋ ਆਪਾਂ ਇਹਨੂੰ ਐਕਸਪਲੇਨ ਕਰ ਦਈਏ। ਇਹ ਕੀ ਆ ਟਰੈਕੀਆ, ਇਹ ਕੀ ਆ ਲੈਫਟ ਲੋਬ, ਆ ਕੀ ਆ, ਮੈਂ ਤੁਹਾਨੂੰ ਸਾਰੀ ਡਿਟੇਲਿੰਗ ਪਿੱਛੇ ਡਾਇਗਰਾਮ 'ਚ ਪੜ੍ਹਾ ਆਈ ਹਾਂ। ਆ ਲੈਫਟ ਲੋਬ ਆ। ਐਂਡ ਇੱਥੇ ਆਪਣੇ ਕੋਲ ਕੀ ਹੁੰਦਾ, ਆਹ ਚੀਜ਼ ਜੋ ਹੁੰਦੀ ਆ ਨਾ, ਇਹ ਮਤਲਬ ਆਪਾਂ ਜੇ ਇਹਨੂੰ ਹਟਾ ਦਈਏ, ਬਿਕੋਜ਼ ਇਹ ਤੁਹਾਨੂੰ ਇਹਦੀ ਲੋੜ ਨਹੀਂ ਹੈਗੀ ਇੱਥੇ, ਆਪਾਂ ਇਹਨੂੰ ਹਟਾ ਦਿੰਦੇ ਹਾਂ, ਠੀਕ ਹੈ। ਲੈਟ ਮੀ ਡਰੋ ਅਗੇਨ। ਥੋੜ੍ਹਾ ਜਿਹਾ ਹੋਰ ਕਰਨਾ ਪੈਣਾ, ਠੀਕ ਹੈ। ਆਲਰਾਈਟ। ਅਤੇ ਆਪਣੇ ਕੋਲ ਸੀਗਾ ਆ ਨਾ, ਜਿਹੜਾ ਵਿਚਲਾ ਇਹ ਸਾਈਟ ਹੁੰਦੀ ਆ, ਇਹ ਕੀ ਹੁੰਦਾ ਆਪਣੇ ਕੋਲ ਇਸਥਮਸ ਹੁੰਦਾ। ਕੀ ਹੁੰਦਾ, ਇਸਥਮਸ, ਜਿਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਕਨੈਕਟਿਵ ਟਿਸ਼ੂ। ਕੀ ਹੁੰਦਾ, ਕਨੈਕਟਿਵ ਟਿਸ਼ੂ। ਆਲਰਾਈਟ। ਅਤੇ ਉਸ ਤੋਂ ਬਾਅਦ ਤਾਂ ਹੋਰ ਇਹਦੇ ਵਿੱਚ ਕੁਛ ਐਕਸਪਲੇਨ ਕਰਨ ਦੀ ਲੋੜ ਨਹੀਂ ਹੈਗੀ।
ऑलराइट। तो एक चीज़ ये होर हैगी जो मैं डिटेल दे विच समझाई हुई आ, बट वो लोड़ नहीं हैगी, जब मैं नोट्स तो थोनों रिवाइज़ कराऊँगी उत्थे थोड़ा जिहा एक्सप्लेन कर दूँगी। ठीक है, आप अगे चलते हैं। हुण अपने कोल ना जिहड़ा थायराइड ग्लैंड आ ना, थायराइड ग्लैंड अपने कोल दो टाइप के हारमोन्स रिलीज़ करदा। थायराइड ग्लैंड अपने कोल दो टाइप के हारमोन्स रिलीज़ करदा, दैट इज़ T3 एंड T4। ठीक है, थायराइड ग्लैंड अपने कोल दो हारमोन्स रिलीज़ करदा, T3 एंड T4। हुण जो आपां T3 एंड T4 की फुल फॉर्म देखिए, लेट्स सी कि T3 की फुल फॉर्म की आ। T3 हैगा ट्राई आइडो थायरो की आ थायरोनाइन, ट्राई आइडो थायरोनाइन, THYRONINE। ऑलराइट, T3 की फुल फॉर्म हैगी है ट्राई आइडो थायरोनीन। उस तो बाद दूजे पासे अपने कोल T4 की फुल फॉर्म की हैगी टैट्रा, चार तो भाव टैट्रा, तो अगे की आ आइडो थायरोनीन, टैट्रा आइडो थायरोनीन। ठीक है, तो आप T4 को किसी होर नाम तो भी जानते हैं, दैट इज़ थायरॉक्सिन। ऑलराइट, तो हुण आपां पढ़ांगे फंक्शनस बारे, किहदे फंक्शनस बारे, थायराइड ग्लैंड के फंक्शनस बारे, दैट इज़ फंक्शनस ऑफ थायराइड ग्लैंड। ठीक है, फंक्शनस ऑफ थायराइड ग्लैंड। पहली गल, अपने कोल जिहड़ा थायराइड ग्लैंड आ, ये अपने कोल अपना BMR मेनटेन करके रखदा। BMR का भाव हुंदा बेसल मैटाबॉलिक रेट, बेसल मैटाबॉलिक रेट। हुण तुसीं कहोगे भाई बेसल मैटाबॉलिक रेट की हुंदा, लेट मी एक्सप्लेन यू कि अपने कोल बेसा मैटाबॉलिक रेट क्या होता है रे बेड़ू। BMR or basal metabolic rate is the amount of calories burnt per day from activities। अपने कोल की हुंदा, that is the amount of calories burnt per day from activities। आपां जो भी एक्टिविटीज़ करते हैं, इवन थोनों पता जद आपां सौने जद भी अपनी कैलोरीज बर्न होंदियां, जद आपां भजदे दौड़दे तुरदे खाने, ठीक है, सोने, सब चीज़ों के अपनी की होंदी कैलोरीज बर्न होंदी। सो BMR की होंदा कि द अमाउंट ऑफ कैलोरीज बर्नट पर डे, एक दिन के कितनी कैलोरीज बर्न हो रही आप जो एक्टिविटीज़ कर रहे हैं। सो जो थायराइड ग्लैंड अपने को BMR की करके रखता, मेनटेन करके रखता। ऑलराइट, उस तो बाद अपने को आ जाता प्रमोट एरिथ्रोपोइरोसिस, एरिथ्रोपोइसिस टू बी मोर स्पेसिफिक, एरिथ्रोपोइसिस। ठीक है, एरिथ्रोपोइसिस की हुंदा, एरिथ्रोपोइसिस का मतलब हुंदा सिंथेसिस ऑफ RBC नूं पर एरिथ्रोपोइट्स कहने, की कहने एरिथ्रोपोइट्स। एंड एरिथ्रोपोइसिस की हुंदा कि आप RBCs नूं प्रोड्यूस करना, मतलब जो थायराइड ग्लैंड है एरिथ्रोपोइसिस नूं की करदा, प्रमोट करता। एंड तीजा जिहड़ा अपने कोल फंक्शन है, दैट इज़ इनक्रीजेस हार्ट रेट, जिहड़ा अपने कोल हार्ट रेट आ की कर दिंदा, वधा दिंदा। ठीक है, चौथा फंक्शन स्टिमुलेट्स एड्रीनल मेडुला टू प्रोड्यूस एपीनेफ्रिन एंड नॉरएपीनेफ्रिन। आपां अगे जाके पढ़ांगे एड्रीनल ग्लैंड दे विच कि ये की प्रोड्यूस करदे, एपीनेफ्रिन प्रोड्यूस करदे कि नॉरएपीनेफ्रिन। अपने कोल एड्रीनल ग्लैंड दे भी ना दो हिस्से हुंदे ने, जिहड़ा एड्रीनल ग्लैंड हुंदा उहदे भी अपने कोल दो हिस्से हुंदे ने, एक कॉर्टेक्स हुंदा, कॉर्टेक्स बाहरला हिस्सा हुंदा, ते जिहड़ा मेडुला हुंदा वो अंदरला हिस्सा हुंदा। ठीक है, सो जिहड़ा अपने कोल थायराइड ग्लैंड आ वो अपने कोल की करदा, स्टिमुलेट करदा। अपने कोल चौथा फंक्शन आए दैट इट स्टिमुलेट्स, किनू स्टिमुलेट करदा, एड्रीनल मेडुला नूं, मतलब एड्रीनल ग्लैंड के अंदरले हिस्से नूं स्टिमुलेट करदा ताकि वह दो चीज़ां प्रोड्यूस कर सके, एक एपीनेफ्रिन, एक तरह के हारमोन्स ही ने, एपीनेफ्रिन एंड नॉरएपीनेफ्रिन। ये दोनों हारमोन्स नूं की करदा, प्रोड्यूस करदा कौन, एड्रीनल ग्लैंड, तो स्टिमुलेट कौन करदा एड्रीनल ग्लैंड नूं हारमोन्स प्रोड्यूस करन नूं, थायराइड ग्लैंड।
ठीक है। दूजा की आ नॉर एपीनेफ्रिन। ठीक है। अपने कोल पंजवां फंक्शन की आंदा इट मेनटेन्स वाटर, मतलब अपनी बॉडी दे अंदर जो थायराइड ग्लैंड आ वो की मेनटेन करके रखता, वाटर मेनटेन करके रखता, प्लस इलेक्ट्रोलाइट बैलेंस। ठीक है, दोनों चीज़ां मेनटेन करके रखता। ठीक है। छेवां फंक्शन की आ ਇਹਦਾ कि दैट ਜਿਹੜਾ थायराइड ग्लैंड आ ਇਹ अपने स्किन पिगमेंटेशन ਨੂੰ भी इफेक्ट करता। दैट इट्स ਕਿਵੇਂ इफेक्ट करदा ਇੰਨੀ डिटेल ਦੇ ਵਿੱਚ ਤੁਹਾਡੀ क्लास ਲਈ नहीं ज़रूरत, बस ਤੁਹਾਨੂੰ ਇੰਨਾ पता होना चाहिए कि थायराइड ग्लैंड अपने स्किन पिगमेंटेशन ਨੂੰ ਕੀ करदा, इफेक्ट करदा। एंड सैवंथ फंक्शन दैट टिशू डिफरेंसीएशन। टिशू डिफरेंसीएशन मतलब कि अपने कोल मैं तुहानूं एक्सप्लेन कर दी, लैट मी राइट। टिशू डिफरेंसीएशन मतलब सैल तो की बनना, अपने कोल सैल आ, सैल तो की बन जाना कोई ऑर्गन बन जाना, ऑर्गन तो की बन जाना कोई ऑर्गन नहीं, सॉरी मैं गलत लिखदा। अपने कोल सैल आ, सैल तो की बन जाना टिशू बन जाना कोई भी, टिशू तो की बन जाना ऑर्गन बन जाना, ऑर्गन तो की बन जाना ऑर्गन सिस्टम बन जाना, ऑर्गन सिस्टम तो की बन जाना भाई बंदा बन जाना, ह्यूमन। ठीक है, इन्हू पर टिशू डिफरेंशिएशन कहने। एंड लास्ट फंक्शन ऑफ थायराइड ग्लैंड कि ये अपने को अपने मैंस्ट्रुअल साइकिल नू की करदा, इफेक्ट करदा, इफेक्ट्स मैंस्ट्रुअल साइकिल। मैंस्ट्रुअल साइकिल जिन्हों आप पीरीयड्स भी कह दिंदे आ, जो गर्ल्स दे विच हुंदी आ। ठीक है, जो हर एक महीने कुड़ियां जूझदियां इहदे नाल। ठीक है, सल्यूट्स टू ऑल द गर्ल्स, सल्यूट होगो सारे मुंडे। ठीक है, सो मैंस्ट्रुअल साइकिल नू भी इफेक्ट करदा थायराइड ग्लैंड। ठीक है, उस तो बाद अपने कोल आ गया, अपने कोल डिसऑर्डर्स आ गए, है ना। जस्ट वेट अ मिनट। कैल्सीटोनिन अपने कोल ना एक हुआ डिसऑर्डर्स तो हैगे ने, चलो हाइपोसिक्रीशन ते हाइपरसिक्रीशन। अपने कोल ना एक हार्मोन हुंदा जिहदे बारे मैं तुहानूं हुण दस्सण लगी हाँ। ਉਹ ਹੁੰਦਾ ਕੈਲਸੀਟੋਨਿਨ। ਉਸ ਹਾਰਮੋਨ ਦਾ ਨਾਮ ਕੀ ਹੁੰਦਾ, ਕੈਲਸੀਟੋਨਿਨ। ਠੀਕ ਹੈ, ਕੈਲਸੀਟੋਨਿਨ ਹੁੰਦਾ ਤੇ ਇਹਨੂੰ ਆਪਾਂ TCT ਵੀ ਕਹਿ ਦਿੰਦੇ ਹਾਂ। TCT ਤੋਂ ਭਾਵ ਹੁੰਦਾ ਥਾਇਰੋਕੈਲਸੀਟੋਨਿਨ, ਥਾਇਰੋਕੈਲਸੀਟੋਨਿਨ। ਠੀਕ ਹੈ, एक अपने कोल की होंदा हार्मोन होंदा जिहदा नाम की होंदा कैल्सीटोनिन, या फिर जिन्हों पर TCT थायरोकैल्सीटोनिन भी कह दिंदे आ। एंड ये TCT दा कम की हुंदा, TCT दा कम की हुंदा मतलब एक तरह का हार्मोन हुंदा अपनी बॉडी के अंदर। बट जे ये ना एक तरह का हाइपोकैल्सीमिक हार्मोन हुंदा, इट लोअर्स ब्लड कैल्शियम लेवल बट अलॉन्ग विद PTH इट इज़ रिस्पोंसिबल फॉर। इन्ना डीप जाने की लोड़ नहीं है, बस तुहानूं इन्ना पता होना चाहिए कि जो जेड़ा अपने कोल TCT भाव कैल्सीटोनिक हार्मोन आ, कैल्सीटोनिक हार्मोन आ, ये की आ इनू आपां हाइपोकैल्सीमिक हार्मोन कहने हैं। की कहने हैं, हाइपोकैल्सीमिक। ओहो TCT नू आपां की कहने हैं, हाइपोकैल्सीमिक हार्मोन। हाइपोकैल्सीमिक हार्मोन मतलब लैस, हाइपो का मतलब की हुंदा लैस एंड कैल्सीमिक मतलब Ca2 पॉजिटिव। जेड़ा अपने कोल TCT कैल्सीटोनिन आ वो अपने कोल जेड़ा ब्लड दे विचों की करदा, इट लोअर्स ब्लड कैल्शियम लैवल, ब्लड दे कैल्शियम लैवल नू की कर दिंदा, रिड्यूस कर दिंदा। ठीक है, बट इन्होंने एक होर गल कही हुई आ कि जेड़ा थायरोकैल्सीटोनिन आ मतलब कैल्सीटोनिन आ, जे ये पैराथायराइड ग्लैंड नाल जुड़ जाए मतलब PTH नाल जुड़ जाए, फिर ये अपने कोल की करदा कैल्शियम दी होम्योस्टेसिस करदा। होम्योस्टेसिस भाव कि कैल्शियम के लैवल नू मेनटेन करके रखदा। ठीक है, मेनटेनेंस करदा तैनूं दी। जे कैल्सीटोनिन कल्ला होवे तैनूं आपां हाइपोकैल्सीमिक हार्मोन कहने, मतलब अपने ब्लड दे विचों कैल्शियम का लैवल की करदा, डिक्रीज करदा। बट जे अपने कोल TCTH मतलब TCH आ
ਜਿਹਨੂੰ ਆਪਾਂ ਕੈਲਸੀਟੋਨਿਨ ਕਹਿੰਦੇ ਆ, ਥਾਇਰੋਕੈਲਸੀਟੋਨਿਨ ਹਾਰਮੋਨ ਆ। ਜੇ ਆਪਾਂ ਉਹਨੂੰ ਪੈਰਾਥਾਇਰੋਇਡ ਹਾਰਮੋਨ ਦੇ ਨਾਲ ਜੋੜ ਦਈਏ, ਉਹਦੇ ਨਾਲ ਜੁੜ ਕੇ ਉਹ ਕੀ ਕਰਦਾ, ਕੈਲਸ਼ੀਅਮ ਦੀ ਹੋਮਿਓਸਟੇਸਿਸ ਕਰਦਾ, ਮਤਲਬ ਆਪਣੇ ਕੋਲ ਬਲੱਡ ਦੇ ਵਿੱਚ ਆਪਣੇ ਕੋਲ ਕੈਲਸ਼ੀਅਮ ਦੇ ਲੈਵਲ ਨੂੰ ਮੇਨਟੇਨ ਕਰਕੇ ਰੱਖਦਾ। ਦੈਟਸ ਇਟ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਗਏ ਡਿਸਆਰਡਰਸ। ਕੀ ਆ ਗਏ? डिसऑर्डर्स, ठीक है। अपने को आगे डिसऑर्डर्स ऑफ थायराइड ग्लैंड। इत्थे भी वही गल होएगी ना, या तो अपने कोल की होएगी हाइपोसिक्रीशन होएगी, या अपने कोल की होएगी हाइपर सिक्रीशन होएगी। अपने कोल या तो की हो जाएगी हाइपर सिक्रीशन। हाइपर सिक्रीशन का भाव कि अपने कोल जिहड़ा थायराइड ग्लैंड आ वो बहुत घट प्रोड्यूस होया, ये करके अपने कोल दो बीमारियां हो जांदियां। एक आपां जिन्हों की कह दिंदे आ क्रिटिनिज्म, की कह दिंदे आ क्रिटिनिज्म। जे अपने कोल थायराइड ग्लैंड बहुत घट प्रोड्यूस होवे, पहली बीमारी जो हुंदी आ, पहली बीमारी का नाम है दैट इज क्रिटिसिन, की आ क्रिटिनिज्म की कहने आपां क्रिटिनिज्म। तो दूजी बीमारी जो अपन हो सकती है हुंदी है सिंपल गोइटर। ये नहीं हैगा भी जिहड़ा अपन गोइटर हुंदा सिर्फ और सिर्फ कमी करके हुंदा, नहीं, आपां नूं ज़्यादा प्रोड्यूस होते आपां नूं फिर भी हो सकता। आपां अगे पढ़ांगे जिन्होंने आपां ग्रेव्स डिसीज़ कहने, दैट इज़ एक्सोपैथेल्मिक गोइटर, ठीक है। फिलहाल आपां इहदे बारे पढ़ते हैं। हाइपोसिक्रीशन जिहदे विच दो तरह की बीमारियां हो सकदियां, क्रिटिनिज्म एंड सिंपल गोइटर। सब तो पहले आपां क्रिटिनिज्म बारे पढ़ते हैं कि क्रिटिनिज्म दे विच की हुंदा। क्रिटिनिज्म दे विच की हुंदा, क्रिटिनिज्म दे विच अपने कोल जिहड़ा थायराइड हार्मोन आ घट हो जांदा ड्यूरिंग प्रैगनेंसी, ठीक है। जिहड़ा अपने कोल थायराइड हार्मोन हुंदा, इहदे अंदर की हुंदा लो लैवल ऑफ थायराइड हार्मोन ड्यूरिंग प्रैगनेंसी। या तो प्रैगनेंसी दे दौरान ही अपने कोल कम हो जाए, घट हो जाए, है ना, कम हो जाए थायराइड ग्लैंड, या फिर दौरान, या फिर किहदे दौरान हो सकदा, चाइल्डहुड दे दौरान। मतलब अपने कोल क्रिटिनिज्म दे विच अपने कोल थायराइड हार्मोन दा जिहड़ा थायराइड हार्मोन दा जिहड़ा ओह हुंदा, तुसीं कह सकदे हो लैवल हुंदा, ओह घट जांदा। थायराइड हार्मोन T3 या T4 की घट जांदा, घट जांदा या तो प्रैगनेंसी के दौरान या फिर चाइल्डहुड दे विच, ठीक है। फिर ये अपने कोल की आ, आपां नूं की दिखदा फिर वो बच्चे दे विच, वो बच्चे दी की हुंदी आ स्टंटड ग्रोथ हुंदी आ, मतलब पूरा चंगी तरीके नाल वो ग्रो नहीं हो पांदा, स्टंटड छोटी ग्रोथ रह जांदी आ। प्लस की हुंदा मैंटल रिटार्डेशन, मतलब पागल हुंदा ओहदा पूरा मैंटल डिवेलपमेंट नहीं हुंदा, ओहदी पूरा ब्रेन डिवेलप नहीं हो रहा हुंदा, ओहदी पागल है मैंटल रिटार्डेशन। ओहदे नाल ओबवियसली की होएगा, पुअर IQ लैवल होएगा जो थोड़ा है ना। नहीं जे मेरे नाल पढ़ोगे फिर थोड़ा IQ लैवल बड़ा हो जाएगा, मतलब बड़ा नहीं बच जाएगा, ठीक है। ये पढ़ लिया कि स्टंटेड ग्रोथ हुंदी है, मैंटल रिटार्डेशन हुंदी है, फिर प्योर IQ लैवल हुंदा। तो उस तो बाद पंजवीं गल की हुंदी है कि लैक ऑफ इंटेलिजेंस। आ तीन चीज़ां दा की करदियां मैच करदियां कि मैंटल रिटार्डेशन होगी, पुअर IQ लैवल होएगा। पुअर IQ लैवल मतलब वो कोल की होएगा लैक ऑफ इंटैलीजेंस। भाई साहब जी इंटैलीजेंट नहीं होणगे, साडे कोल भेजो से इंटैलीजेंट करके भेजांगे। लैक ऑफ इंटैलीजेंस की होएगा, लैक ऑफ इंटैलीजेंस प्लस ओहदे कोल की होएगी लैक ऑफ अलर्टनेस। अलर्ट घट रहेगा बेचारा, सोंदू बंदा होएगा, सोंदू बंदा, ठीक है। अलर्टनेस तो उस तो बाद उहदे कोल की होएगा लो हार्ट रेट, हार्ट रेट उहदी घट होएगी, हार्ट रेट घट होएगी प्लस ओहदा BMR, मतलब BMR की हुंदा द अमाउंट ऑफ कैलोरीज बर्नड पर डे, वो भी की होणगियां घट होणगियां। वो की हो सकदा डेफ, बहरा भी हो सकदा हो, म्यूटिज्म, डेफ म्यूटिज्म हो सकदा उहदे विच। ते प्लस उहदे विच लास्ट जो सिम्पटम आ वो की हो सकदा अबनॉर्मल स्किन, उहदी स्किन की हो सकदी आ अबनॉर्मल हो सकदी आ, मतलब अजीब जी स्किन हो सकदी है ना। तो उस तो बाद अपने को जो सैकेंड डिसीज़ हुंदी आ हाइपर सिक्रीशन करके, मतलब घट सिक्रीशन करके, दैट इज़ सिंपल गोइटर। की आ सिंपल गोइटर। ਇਹਦੇ ਵਿੱਚ ਕੀ ਹੁੰਦਾ, ਆਪਾਂ ਨੂੰ ਬਸ ਇੰਨਾ ਦੱਸਿਆ ਹੋਇਆ ਕਿ ਲੈਕ ਆਫ ਆਇਓਡੀਨ ਇਨ ਦ ਡਾਈਟ ਰਿਜ਼ਲਟ ਇਨ ਦ ਹਾਈਪਰਥਾਇਰੋਇਡਿਜ਼ਮ, ਠੀਕ ਹੈ। ਲੈਟਸ ਡੂ ਸਿੰਪਲ ਗੋਇਟਰ। ਹੁਣ ਆਪਣੇ ਕੋਲ ਕੀ ਹੋ ਜੇ, ਜੇ ਆਪਣੇ ਕੋਲ ਆਇਓਡੀਨ ਦੀ ਕਮੀ ਹੋ ਜੇ ਆਪਣੇ ਕੋਲ ਆਪਣੀ ਡਾਈਟ ਦੇ ਵਿੱਚ, ਆਪਣੀ ਡਾਈਟ ਦੇ ਵਿੱਚ ਜੇ ਆਇਓਡੀਨ ਦੀ ਕਮੀ ਹੋ ਜੇ ਉਸ ਕਰਕੇ ਹਾਈਪਰਥਾਇਰੋਇਡਿਜ਼ਮ ਹੋ ਜਾਂਦਾ, ਠੀਕ ਹੈ। ਮਤਲਬ ਸਿੰਪਲ ਗੋਇਟਰ ਦੇ ਵਿੱਚ ਕੀ ਹੁੰਦਾ ਕਿ ਆਪਣੇ ਕੋਲ ਜਸਟ ਵੇਟ ਅ ਮਿੰਟ, ठीक है।
ਸਿੰਪਲ ਗੋਇਟਰ ਦੇ ਵਿੱਚ ਕੀ ਹੁੰਦਾ, ਆਇਓਡੀਨ ਦੀ ਕਮੀ ਹੋ ਜਾਂਦੀ ਹੈ ਡਾਈਟ ਦੇ ਵਿੱਚ, ਜਿਸ ਕਰਕੇ ਆਪਾਂ ਨੂੰ ਕੀ ਹੋ ਜਾਂਦਾ, ਹਾਈਪੋਥਾਇਰੋਇਡਿਜ਼ਮ। ਹਾਈਪੋਥਾਇਰੋਇਡਿਜ਼ਮ ਮਤਲਬ ਆਪਣੇ ਕੋਲ ਥਾਇਰਾਇਡ ਦੀ ਕਮੀ ਹੋ ਜਾਂਦੀ ਹੈ। ਹਾਈਪੋ ਦਾ ਮਤਲਬ ਘੱਟ, ਥਾਇਰੋਇਡਿਜ਼ਮ ਮਤਲਬ ਥਾਇਰਾਇਡ ਦੀ ਕਮੀ, ਹਾਈਪਰਥਾਇਰੋਇਡਿਜ਼ਮ ਹੋ ਜਾਂਦਾ, ਜਿਸ ਕਰਕੇ ਆਪਾਂ ਨੂੰ ਕੀ ਹੋ ਜਾਂਦਾ, ਸਿੰਪਲ ਗੋਇਟਰ। ਮਤਲਬ ਆਇਓਡੀਨ ਦੀ ਕਮੀ ਹੋਣ ਕਰਕੇ ਆਪਣੇ ਕੋਲ ਹਾਈਪੋਥਾਇਰੋਇਡਿਜ਼ਮ ਹੋ ਗਿਆ, ਵਿਚ ਲੀਡਸ ਟੂ ਦਾ ਸਿੰਪਲ ਗੋਇਟਰ। ਆਲਰਾਈਟ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਕਿ ਹਾਈਪੋਸਿਕ੍ਰੀਸ਼ਨ ਕਰਕੇ, ਜੇ ਮੈਂ ਇੰਨਾ ਬਰੀਕ ਪੜ੍ਹਾਵਾਂ, ਹਾਈਪੋਸਿਕ੍ਰੀਸ਼ਨ ਕਰਕੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਲੱਗਦੀਆਂ ਨੇ, ਠੀਕ ਹੈ, ਮਜ਼ਾ ਨਹੀਂ ਆ ਰਿਹਾ। ਹਾਈਪੋਸਿਕ੍ਰੀਸ਼ਨ ਕਰਕੇ ਆਪਾਂ ਨੂੰ ਕੀ ਹੋ ਜਾਂਦੀ ਹੈ, ਗ੍ਰੇਵਜ਼ ਡਿਸੀਜ਼ ਹੋ ਜਾਂਦੀ ਹੈ। ਕੀ ਹੁੰਦੀ ਆ, ਗ੍ਰੇਵਜ਼ ਡਿਸੀਜ਼। ਗ੍ਰੇਵਜ਼ ਡਿਸੀਜ਼ ਦਾ ਦੂਜਾ ਨਾਮ ਵੀ ਆ, ਦੈਟ ਇਜ਼ ਐਗਜ਼ੋਪੈਥੈਲਮਿਕ ਗੋਇਟਰ। ਐਗਜ਼ੋਪੈਥੈਲਮਿਕ ਗੋਇਟਰ ਮਤਲਬ ਗੋਇਟਰ ਇਹ ਨਹੀਂ ਕਿ ਆਪਣੇ ਕੋਲ ਸਿਰਫ ਔਰ ਸਿਰਫ ਥਾਇਰਾਇਡ ਦੀ ਕਮੀ ਕਰਕੇ ਆਪਾਂ ਨੂੰ ਗੋਇਟਰ ਹੋ ਜਾਏ, ਨਹੀਂ, ਆਪਾਂ ਨੂੰ ਥਾਇਰਾਇਡ ਮਤਲਬ ਥਾਇਰਾਇਡ ਹਾਰਮੋਨ ਜ਼ਿਆਦਾ ਪ੍ਰੋਡਿਊਸ ਹੋਵੇ, ਆਪਾਂ ਨੂੰ ਫਿਰ ਵੀ ਗੋਇਟਰ ਹੋ ਸਕਦਾ, ਜਿਹਨੂੰ ਆਪਾਂ ਗ੍ਰੇਵਜ਼ ਡਿਸੀਜ਼ ਜਾਂ ਐਗਜ਼ੋਪੈਥੈਲਮਿਕ ਗੋਇਟਰ ਕਹਿੰਦੇ ਨੇ। ਹੁਣ ਇਹਦੇ ਵਿੱਚ ਕੀ ਹੁੰਦਾ, ਆਪਣੇ ਕੋਲ ਐਗਜ਼ੋਪੈਥੈਲਮਿਕ ਗੋਇਟਰ ਦੇ ਵਿੱਚ ਕੀ ਹੁੰਦਾ, ਲੈਟਸ ਸੀ, ਐਗਜ਼ੋਪੈਥੈਲਮਿਕ ਗੋਇਟਰ ਜਾਂ ਫਿਰ ਜਿਹਨੂੰ ਆਪਾਂ ਗ੍ਰੇਵਜ਼ ਡਿਸੀਜ਼ ਵੀ ਕਹਿੰਦੇ ਆ। ਇਹਦੇ ਵਿੱਚ ਆਪਣੇ ਕੋਲ ਪਹਿਲੀ ਗੱਲ, ਆਪਣੇ ਕੋਲ ਕੀ ਹੋ ਜਾਂਦਾ, ਇਨਕਰੀਜ਼ਡ ਥਾਇਰਾਇਡ ਹਾਰਮੋਨ। ਆਪਣੇ ਕੋਲ ਥਾਇਰਾਇਡ ਹਾਰਮੋਨ ਕੀ ਕਰ ਜਾਂਦਾ, ਵੱਧ ਜਾਂਦਾ। ਇਸ ਕਰਕੇ ਜੇ ਆਪਣੇ ਕੋਲ ਕੋਈ ਚੀਜ਼ ਵੱਧ ਗਈ, ਮਤਲਬ ਨਸ਼ਾ ਵੱਧ ਗਿਆ, ਉਹਨੂੰ ਅੱਖਾਂ ਚੜ੍ਹ ਗਈਆਂ, ਅੱਖਾਂ ਡੇਲੇ ਐ ਕੱਢੇ ਹੋਏ ਨੇ, ਮਤਲਬ ਬਲਜਡ ਆਈਜ਼ ਕੀ ਹੋ ਜਾਂਦੇ ਨੇ, ਬਲਜਡ ਆਈਜ਼ ਬਲਜ ਬਾਹਰ ਨੂੰ ਨਿਕਲੇ ਜਾਂਦੀ, ਡੇਲੇ ਬਾਹਰ ਨਿਕਲੇ ਆਉਂਦੇ ਨੇ। ਅਤੇ ਆਪਣੇ ਕੋਲ ਕੀ ਆ, ਵੇਟ ਘਟਣਾ ਸ਼ੁਰੂ ਹੋ ਜਾਂਦਾ, ਵੇਟ ਲੋਸ ਹੋਣਾ ਸ਼ੁਰੂ ਹੋ ਜਾਂਦਾ, ਠੀਕ ਹੈ। ਚੌਥੀ ਗੱਲ, ਉੱਥੇ ਆਪਣੇ ਕੋਲ BMR ਕੀ ਕਰਦਾ ਸੀ, ਘੱਟ ਰਿਹਾ ਸੀ, ਮਤਲਬ ਦ ਅਮਾਊਂਟ ਆਫ ਕੈਲਰੀਜ਼ ਬਰਨਡ ਪਰ ਡੇ ਘੱਟ ਰਿਹਾ ਸੀ, ਬਟ ਇੱਥੇ BMR ਵੀ ਵੱਧ ਰਿਹਾ, ਪਲੱਸ ਬੋਡੀ ਟੈਂਪਰੇਚਰ ਵੀ ਵੱਧ ਰਿਹਾ ਹੁੰਦਾ, ਠੀਕ ਹੈ। ਪੰਜਵੀਂ ਅਤੇ ਆਖਰੀ ਗੱਲ, ਜਿਹੜਾ ਆਪਣੇ ਕੋਲ ਐਗਜ਼ੋਪੈਥੈਲਮਿਕ ਹਾਰਮੋਨ ਆ, ਐਗਜ਼ੋਪੈਥੈਲਮਿਕ ਗੋਇਟਰ ਆ, ਸੌਰੀ, ਡਿਸੀਜ਼ ਆ, ਗ੍ਰੇਵਜ਼ ਡਿਸੀਜ਼ ਜਿਹਨੂੰ ਕਹਿ ਦਿੰਦੇ ਆ, ਇਹ ਆਪਣੇ ਕੋਲ ਆਟੋ ਇਮਿਊਨ ਡਿਸੀਜ਼ ਆ। ਆਟੋ ਇਮਿਊਨ ਡਿਸੀਜ਼, ਹੁਣ ਤੁਸੀਂ ਕਹੋਗੇ ਭਾਈ ਇਹ ਕੀ ਬਲਾ ਹੈ, ਇਹ ਤੁਸੀਂ ਚੰਗੀ ਤਰੀਕੇ ਨਾਲ ਹਿਊਮਨ ਡਿਸੀਜ਼ ਦੇ ਵਿੱਚ ਪੜ੍ਹੋਗੇ, ਜੋ ਕਲਾਸ 12 ਦੇ ਵਿੱਚ ਚੈਪਟਰ ਆ। ਆਟੋ ਇਮਿਊਨ ਡਿਸੀਜ਼ ਮਤਲਬ ਆਪਣੇ ਸੈਲਸ ਆਪਣੀ ਦੁਸ਼ਮਣ ਬਣ ਜਾਣ, ਮਤਲਬ ਆਪਣੇ ਘਰ ਦੇ ਆਪਣੇ ਹੀ ਦੁਸ਼ਮਣ ਬਣ ਜਾਣ, ਠੀਕ ਹੈ। ਉਹਨੂੰ ਆਪਾਂ ਕਹਿ ਦਿੰਦੇ ਹਾਂ ਆਟੋ ਇਮਿਊਨ ਡਿਸਆਰਡਰ ਕਹਾਂਗੇ, ਠੀਕ ਹੈ। ਆਟੋ ਇਮਿਊਨ ਡਿਸਆਰਡਰ, ਇਹਦੇ ਵਿੱਚ ਆਪਣਾ ਸੈੱਲ ਆਪਣਾ ਹੀ ਦੁਸ਼ਮਣ ਬਣ ਜਾਂਦਾ, ਮਤਲਬ ਉਹਨੂੰ ਦੁਸ਼ਮਣ ਸਮਝ ਕੇ ਮਾਰਨਾ ਸ਼ੁਰੂ ਕਰ ਦਿੰਦਾ, ਠੀਕ ਹੈ। ਆਲਰਾਈਟ, ਰਿਮੇਟੋਇਡ ਅਰਥਰਾਈਟਸ ਵੀ ਇਹਦੀ ਐਗਜ਼ਾਮਪਲ ਆ, ਐਂਡ ਐਗਜ਼ੋਪੈਥੈਲਮਿਕ ਗੋਇਟਰ ਵੀ ਇੱਕ ਆਟੋ ਇਮਿਊਨ ਡਿਸਆਰਡਰ, ਠੀਕ ਹੈ। ਇੱਥੇ ਆਪਣਾ ਹੁੰਦਾ ਇਹ ਥਾਇਰਾਇਡ ਗਲੈਂਡ ਸਮਾਪਤ, ਠੀਕ ਹੈ। ਅੱਧੇ ਘੰਟੇ 'ਚ ਮੈਂ ਤੁਹਾਨੂੰ ਲਾਤਾ ਕਿਨਾਰੇ। ਹੁਣ ਮੈਂ ਤੁਹਾਨੂੰ ਆਪਣੇ ਨੋਟਸ ਤੋਂ ਇੱਕ ਵਾਰ ਪੜ੍ਹਾ ਦਾਂ, ਬਸ 5 ਮਿੰਟ ਦਿਓ ਮੈਨੂੰ, ਉਸ ਤੋਂ ਬਾਅਦ ਤੁਸੀਂ ਵਿਹਲੇ ਹੋ, ਠੀਕ ਹੈ। ਇਹ ਆ ਰਿਹਾ ਥਾਇਰਾਇਡ ਗਲੈਂਡ, ਠੀਕ ਹੈ, ਉਹ ਆ ਜਾ ਭਾਈ, ਬਸ 5 ਮਿੰਟ ਰੁਕਿਓ, ਉਸ ਤੋਂ ਬਾਅਦ ਮੈਂ ਤੁਹਾਨੂੰ ਛੱਡ ਦੇਣਾ, ਠੀਕ ਹੈ। ਆਪਣੇ ਕੋਲ ਥਾਇਰਾਇਡ ਗਲੈਂਡ ਆ ਗਿਆ, ਲਾਰਜੈਸਟ ਐਂਡੋਕਰਾਈਨ ਗਲੈਂਡ ਹੈ। ਇਹਦੀ ਓਰੀਜਨ ਕੀ ਹੈ, ਐਕਟੋਡਰਮਲ। ਇਹਦੀ ਲੋਕੇਸ਼ਨ ਕੀ ਆ, ਵੈਂਟਰਲ ਸਾਈਡ ਟਰੈਕੀਆ ਅਤੇ ਟਰੈਕੀਏ ਦੇ ਮੂਹਰਲੇ ਪਾਸੇ ਪ੍ਰੈਜ਼ੈਂਟ ਹੁੰਦਾ ਭਾਈ। ਇਹ ਉਹ ਇਕਲੌਤਾ ਹੀ ਗਲੈਂਡ ਆ ਜੋ ਆਪਣੇ ਹਾਰਮੋਨ ਨੂੰ ਸਟੋਰ ਕਰਕੇ ਰੱਖਦਾ, ਅਤੇ ਬਟਰਫਲਾਈ ਸ਼ੇਪਡ ਹੁੰਦਾ। ਦੇਖੋ ਬਟਰਫਲਾਈ, ਇੱਥੇ ਮੈਂ ਵਿੰਗ ਲਾਤੇ, ਬਟਰਫਲਾਈ ਬਣ ਗਈ, ਅਤੇ ਇਹਦੇ ਕੋਲ 2 ਲੋਬਸ ਹੁੰਦੇ ਨੇ, ਇੱਕ ਇੱਧਰਲਾ ਲੋਬ, ਇੱਕ ਇੱਧਰਲਾ ਲੋਬ। ਹੁਣ ਅਤੇ ਆਹ ਨੀਚੇ ਮੈਂ ਸਮਝਾਉਂਦੀ ਹਾਂ ਕੀ ਚੀਜ਼ ਆ, ਠੀਕ ਹੈ। ਇਸ ਤੋਂ ਬਾਅਦ ਆਪਣੇ ਕੋਲ ਟਰੈਕੀਆ ਹੁੰਦਾ, ਠੀਕ ਹੈ। ਆਹ ਟਰੈਕੀਆ ਹੈ, ਆਹ ਟਰੈਕੀਆ ਆਪਣੇ ਕੋਲ, ਅਤੇ ਆਹ ਇਹਦੇ 2 ਲੋਬਸ ਨੇ, ਅਤੇ ਆਹ ਇਸਥਮਸ ਜੋ ਆਪਣੇ ਕੋਲ ਕੀ ਹੁੰਦਾ, ਕਨੈਕਟਿਵ ਟਿਸ਼ੂ ਹੁੰਦਾ, ਠੀਕ ਹੈ। ਅਤੇ ਉਸ ਤੋਂ ਬਾਅਦ ਆਹ ਚੀਜ਼ ਸਮਝਾਉਣੀ ਹੈ ਮੈਂ ਤੁਹਾਨੂੰ, ਜਿਹੜੀ ਮੈਂ ਕਹਿੰਦੀ ਸੀ ਵੀ ਇਹਨਾਂ ਡਿਟੇਲ ਦੇ ਵਿੱਚ ਲੋੜ ਨਹੀਂ, ਬਟ ਸਟਿਲ ਆਪਾਂ ਪੜ੍ਹ ਲੈਂਦੇ ਹਾਂ ਕਿ ਆਪਣੇ ਕੋਲ ਆਪਾਂ ਥੋੜ੍ਹਾ ਜਿਹਾ ਹਿੱਸਾ ਕੱਟ ਲਿਆ ਅਤੇ ਆਪਾਂ ਨੂੰ ਆਹ ਚੀਜ਼ ਮਿਲੀ। ਇੱਥੇ ਨਾ ਆਪਣੇ ਕੋਲ ਐਵੇਂ ਗੋਲਡ ਧਾਰੇ ਜਿਹੇ ਪ੍ਰੈਜ਼ੈਂਟ ਹੁੰਦੇ ਨੇ, ਜੋ ਆਪਣੇ ਕੋਲ ਕੀ ਹੁੰਦਾ, ਥਾਇਰਾਇਡ ਫੋਲੀਕਲ ਹੁੰਦੇ ਨੇ। ਮਤਲਬ ਆਪਣੇ ਕੋਲ ਜਿਹੜਾ ਥਾਇਰਾਇਡ ਗਲੈਂਡ ਆ, ਇਹਦੇ ਅੰਦਰ ਆਪਣੇ ਕੋਲ ਕੀ ਹੁੰਦੇ ਨੇ, ਥਾਇਰਾਇਡ ਫੋਲੀਕਲਸ ਹੁੰਦੇ ਨੇ, ਜੋ ਕਿਊਬੋਇਡਲ ਐਪੀਥੀਲੀਅਮ ਦੇ ਬਣੇ ਹੁੰਦੇ ਨੇ।
ठीक है। हुण ओबवियसली थायराइड फॉलीकल के अंदर की होएगा, थायराइड हार्मोन प्रेजेंट होएगा जो T3 + T4 हुंदा। थायराइड जिहड़ा थायराइड मैं तुहानूं एक्सप्लेन करदा कि जिहड़ा अपने कोल थायराइड हार्मोन हुंदा है वो T3 + T4 दोनों का कॉम्बीनेशन आपां की कहने थायराइड हार्मोन कहने। सो जिहड़ा आपां इहदा क्रॉस सैक्शन लिया, ਇਹਦਾ क्रॉस सैक्शन लिया थायराइड ग्लैंड का, ये ਆਪਾਂ ਨੂੰ थायराइड फॉलीकल मिले जो क्यूबिकल एपीथीलियम के बने होंगे ने, तो इन्हां दे अंदर अपने कोल की बनया ਆਪਾਂ ਨੂੰ दिसिया थायराइड हार्मोन जो T3 + T4 आ, तो ਇਹਦੀ ਬਾਹਰਲੀ ਸਾਈਡ ਆਪਣੇ ਕੋਲ ਪੈਰਾ ਫੋਲੀਕਲ ਸੈਲਸ ਪ੍ਰੈਜ਼ੈਂਟ ਹੁੰਦੇ ਨੇ ਜਿਨ੍ਹਾਂ ਵਿੱਚ ਕੀ ਹੁੰਦਾ ਕੈਲਸੀਟੋਨਿਨ ਪ੍ਰੈਜ਼ੈਂਟ ਹੁੰਦਾ ਤੇ ਆਪਣੇ ਕੋਲ ਸਟ੍ਰੋਮਲ ਟਿਸ਼ੂ ਪ੍ਰੈਜ਼ੈਂਟ ਹੁੰਦਾ। ਬਸ ਤੁਹਾਨੂੰ ਇੰਨਾ ਕੁ ਯਾਦ ਰੱਖਣ ਦੀ ਲੋੜ ਆ ਜੇ ਤੁਸੀਂ ਰੱਖਣਾ ਵੀ ਆ ਕਿ ਆਪਣੇ ਕੋਲ ਆਪਾਂ ਪੈਰਾਥਾਇਰੋਇਡ ਗਲੈਂਡ ਦਾ ਜਦ ਸੈਕਸ਼ਨ ਲਿਆ, ਪੈਰਾਥਾਇਰੋਇਡ ਗਲੈਂਡ ਦਾ ਜਦ ਆਪਾਂ ਸੈਕਸ਼ਨ ਲਿਆ ਆਪਾਂ ਨੂੰ ਕੀ ਦਿਖਿਆ, ਆਪਾਂ ਨੂੰ ਇਹ ਦਿਖਿਆ ਕਿ ਇਹਦੇ ਵਿੱਚ ਆਪਣੇ ਕੋਲ थायराइड फॉलीकल आ, ये ना बार बार रिपीट क्यों होई जा रही, जस्ट वेट अ मिनट, ठीक है। अपने कोल की आ इत्थे अपने कोल इत्थे थायराइड फॉलीकल आ, ठीक है, थायराइड फॉलीकल आ, बुद्धू यार, ठीक है, आ थायराइड फॉलीकल आ ਇਹਦੇ ਵਿੱਚ, ठीक है, ਤੇ ਉਹ ਕੀ ਹੈ क्यूबॉइडल एपीथेलियम ਦਾ ਬਣਿਆ ਹੁੰਦਾ ਤੇ थायराइड फॉलीकल ਦੇ ਵਿੱਚ ਆਪਾਂ ਨੂੰ थायराइड ਹਾਰਮੋਨ ਦੇਖਣ ਨੂੰ ਮਿਲਿਆ। ਆਲਰਾਈਟ, ठीक है। ਹੁਣ ਆਪਾਂ ਦੇਖਦੇ ਹਾਂ ਜਿਵੇਂ ਮੈਂ ਤੁਹਾਨੂੰ ਸਮਝਾਇਆ ਕਿ ਜਿਹੜਾ ਆਪਣੇ ਕੋਲ T3 + T4 ਦੋਨੋਂ ਮਿਲ ਕੇ थायराइड ਹਾਰਮੋਨ ਬਣਾਉਂਦੇ ਨੇ। T3 ਨੂੰ ਆਪਾਂ ਟਰਾਈ, 3 ਤੋਂ ਭਾਵ ਟਰਾਈ ਆਈਡੋ ਥਾਇਰੋਨਿਨ ਐਂਡ T4 ਤੋਂ ਭਾਵ ਟੈਟਰਾ ਆਈਡੋ ਥਾਇਰੋਨਿਨ, ਤੇ ਆਪਾਂ T4 ਨੂੰ थायरॉक्सिन भी कहते हैं। तो थायराइड ग्लैंड के फंक्शनस की ने, सब तो पहला BMR ਨੂੰ मेनटेन करके रखता, मतलब बेसल मैटाबॉलिक रेट। बेसल मैटाबॉलिक रेट की ਹੁੰਦਾ कि अमाउंट ऑफ कैलोरीज जो ਆਪਾਂ बर्न करते हैं थ्रू एक्टिविटीज़, तो प्लस एरिथ्रोपोइसिस करते। एरिथ्रोपोइसिस मतलब ये RBCs ਨੂੰ ਕੀ ਕਰਦਾ, ਉਹਦੀ ਉਹਨਾਂ ਦੀ सिंथेसिस करता। एरिथ्रोपोइट्स अपने को RBCs ਹੁੰਦੇ ਨੇ, एरिथ्रोपोइसिस मतलब RBCs ਨੂੰ फॉर्म करना, ठीक है। उस तो बाद अपने कोल की आ गया, अपने को हार्ट रेट में इनक्रीज़ करता। तो एड्रीनल मैडुला, अपने को एड्रीनल ग्लैंड के अंदर दो वो सब पार्ट्स होंगे ने, एड्रीनल कॉर्टेक्स, एड्रीनल मैडुला। कॉर्टेक्स उसका बाहरला पार्ट होंगे, एड्रीनल मैडुला उसका अंदरला पार्ट होंगे। तो एड्रीनल मैडुला की करता स्टिमुलेट करता, तो स्टिमुलेट करता भी भाई तो दो हार्मोन प्रोड्यूस कर, दैट इज़ एपीनेफ्रिन एंड नॉन एपीनेफ्रिन। तो जो थायराइड ग्लैंड है वाटर तो इलैक्ट्रोलाइट भी बैलेंस करके रखता, स्किन पिगमेंटेशन इफेक्ट करता, टिशू डिफरेंसीएशन करता, सैल तो टिशू, टिशू तो ऑर्गन, ऑर्गन तो ऑर्गन सिस्टम, ऑर्गन तो तुसी गधे, ठीक है। उस बाद अपने को ब्रैंसन साइकिल इफेक्ट करता, जिंदाबाद कुड़ियाँ। उस तो बाद अपने को आ गया कैल्सीटोनिन। हुण कैल्सीटोनिन आपां नूं की कहंदा, कैल्सीटोनिन एक तरह का जिन्हों पर TCT हार्मोन या थायरो कैल्सीटोनिन भी कहते हैं, एक तरह का हाइपोकैल्सीमिक हार्मोन आ, मतलब अपनी बॉडी दे विच कैल्शियम के लैवल नूं की करता, लो करता। बट जे आपां कैल्सीटोनिन नूं आपां PTH मतलब पैराथायरॉइड हार्मोन दे नाल ये जुड़ के जोड़ा कैल्सीटोनिन आ मतलब TCH + PTH ये दोनों जुड़ के भाई साहब जी की करते हैं, कैल्शियम की होमियोस्टेसिस करते हैं, मतलब अपने ब्लड दे विच ये दोनों नूं कैल्शियम लैवल नूं मेनटेन करके रखते हैं। जब दोनों जुड़ जाए कंबाइन हो TCH जब PTH नाल कंबाइन हो जाए ਉਹਦੇ ਨਾਲ ਇਹ ਕੀ करता, कैल्शियम की होमियोस्टेसिस करता। ऑलराइट, उस तो बाद आ गया दिस इज़ द लास्ट पेज पेप्स, ठीक है। उस तो बाद तुसी बेले अपने को डिसऑर्डर आ गया थायराइड ग्लैंड से, या तो हाइपोसिक्रेशन करके हो सकते हैं, हाइपरसिक्रेशन मतलब हाइपोसिक्रेशन मतलब घट सिक्रेशन हो गई, या हाइपोसिक्रेशन मतलब ज़्यादा सिक्रेशन हो गई। जे थायराइड ग्लैंड की घट सिक्रेशन हो अपन दो तरह की बीमारियां हो सकती है, क्रिटिनिज्म या सिंपल ग्वेटर। जो अपने को ज़्यादा थायराइड हार्मोन प्रोड्यूस हो जाए, सॉरी है ना, थायराइड हार्मोन प्रोड्यूस हो जाए तो अपने को ग्वेटर्स डिसीज़ हो सकती है। की हो सकती है ग्वेटर्स डिसीज़, जस्ट वेट अ मिनट, अपने को की हो सकती है ग्वेटर्स डिसीज़ हो सकती है, जिन्होंने आप एक्सोपैथैलेमिक हार्मोन भी कहने, एक्सोपैथैलेमिक ग्वेटर हार्मोनी वेव्स, एक्सोपैथैलेमिक ग्वेटर। सब तो पहले आप किहदे बारे पढ़ रहे हैं कि आप पहलांगे क्रिटिनिज्म बारे। ਇਹਦੇ ਵਿੱਚ ਕੀ ਹੁੰਦਾ ਆਪਣੇ ਕੋਲ ਪ੍ਰੈਗਨੈਂਸੀ ਦੇ ਦੌਰਾਨ ਜਾਂ ਫਿਰ ਚਾਈਲਡਹੁੱਡ ਦੇ ਦੌਰਾਨ ਕੀ ਹੁੰਦਾ थायराइड ਹਾਰਮੋਨ ਦੀ ਕਮੀ ਹੋ ਜਾਂਦੀ, ਜਾਂ ਤਾਂ ਪ੍ਰੈਗਨੈਂਸੀ ਦੇ ਦੌਰਾਨ ਆਪਣੇ ਕੋਲ थायराइड ਹਾਰਮੋਨ ਘੱਟ ਹੋ ਜਾਏ, ਜਾਂ ਫਿਰ ਚਿਲਡਰਨ ਦੇ ਵਿੱਚ ਚਾਈਲਡਹੁੱਡ ਦੇ ਦੌਰਾਨ थायराइड ਹਾਰਮੋਨ ਘੱਟ ਹੋ ਜਾਏ। ਇਸ ਕਰਕੇ ਕੀ ਹੁੰਦਾ
ਆਪਣੇ ਕੋਲ ਬੇਬੀ ਦੀ ਸਟੰਟਡ ਗਰੋਥ ਮਤਲਬ ਛੋਟਾ ਰਹਿ ਜਾਂਦਾ, ਉਹਦੀ ਬਹੁਤ ਘੱਟ ਗਰੋਥ ਹੁੰਦੀ ਹੈ, ਪੂਰੀ ਪ੍ਰੋਪਰਲੀ ਗਰੋਥ ਨਹੀਂ ਹੋ ਪਾਉਂਦੀ, ਉਹ ਬੱਚਾ ਮੈਂਟਲ ਰਿਟਾਰਡਡ ਮਤਲਬ ਉਹਦੀ ਮੈਂਟਲ ਡਿਵੈਲਪਮੈਂਟ ਪੂਰੀ ਨਹੀਂ ਹੁੰਦੀ, ਉਹ ਮੈਂਟਲੀ ਰਿਟਾਰਡਡ ਹੁੰਦਾ, ਉਹਦਾ ਪੂਅਰ ਆਈਕਿਊ ਲੈਵਲ ਹੁੰਦਾ। ਪੂਅਰ ਆਈਕਿਊ ਲੈਵਲ ਹੋਏਗਾ ਮਤਲਬ ਉਹਦੇ ਕੋਲ ਇੰਟੈਲੀਜੈਂਸ ਦੀ ਕਮੀ ਹੋਏਗੀ, ਪਲੱਸ ਉਹਦੇ ਕੋਲ ਅਲਰਟਨੈਸ ਦੀ ਕਮੀ ਹੋਏਗੀ, ਬੱਚਾ ਅਲਰਟ ਨਹੀਂ ਹੋਏਗਾ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਕਿ ਉਹਦਾ ਲੋ ਹਾਰਟ ਰੇਟ ਹੋਏਗਾ, BMR ਵੀ ਲੋ ਹੋਏਗਾ, ਉਹ ਡੈਫ ਮਿਊਟਿਜ਼ਮ ਮਤਲਬ ਉਹ ਬਹਿਰਾ ਵੀ ਹੋ ਸਕਦਾ, ਪਲੱਸ ਉਹਦੀ ਬਨੋਰਮਲ ਸਕਿਨ ਹੋਏਗੀ। ਉਸ ਤੋਂ ਬਾਅਦ ਆਪਣੇ ਕੋਲ ਹਾਈਪੋਥਾਇਰੋਇਡਿਜ਼ਮ ਕਰਕੇ ਆਪਣੇ ਕੋਲ ਦੂਜੀ ਬਿਮਾਰੀ ਜੋ ਆਪਾਂ ਨੂੰ ਹਾਈਪਰਥਾਇਰੋਇਡਿਜ਼ਮ ਮਤਲਬ ਹਾਈਪਰ ਸਿਕ੍ਰੀਸ਼ਨ ਕਰਕੇ ਆਪਾਂ ਹਾਈਪਰਥਾਇਰੋਇਡਿਜ਼ਮ ਵੀ ਕਹਿ ਸਕਦੇ ਹਾਂ, ਮਤਲਬ ਹਾਈਪੋ ਮਤਲਬ ਘੱਟ, ਥਾਇਰੋਇਡਿਜ਼ਮ ਮਤਲਬ ਥਾਇਰੋਇਡ ਹਾਰਮੋਨ ਘੱਟ, ਹਾਈਪਰ ਸਿਕ੍ਰੀਸ਼ਨ ਮਤਲਬ ਜਿਹੜਾ ਥਾਇਰੋਇਡ ਹਾਰਮੋਨ ਉਹਦੀ ਹਾਈਪਰ ਸਿਕ੍ਰੀਸ਼ਨ ਕਰਕੇ ਕ੍ਰੀਟਿਨਿਜ਼ਮ ਬਾਰੇ ਆਪਾਂ ਪੜ੍ਹ ਚੁੱਕੇ, ਸਿੰਪਲ ਗੋਇਟਰ ਬਾਰੇ ਪੜ੍ਹੀਏ ਆਪਾਂ। ਸਿੰਪਲ ਗੋਇਟਰ ਬਾਰੇ ਸਿਰਫ ਇੰਨੀ ਕੁ ਗੱਲ ਦੱਸੀ ਹੋਈ ਆ ਕਿ ਆਪਣੇ ਕੋਲ ਆਇਓਡੀਨ ਦੀ ਕਮੀ ਹੋ ਜਾਂਦੀ ਡਾਈਟ ਦੇ, ਜਿਸ ਕਰਕੇ ਆਪਾਂ ਨੂੰ ਹਾਈਪਰਥਾਇਰੋਇਡਿਜ਼ਮ ਭਾਵ ਆਪਣੇ ਕੋਲ ਕੀ ਹੋ ਜਾਂਦਾ ਥਾਇਰੋਇਡ ਹਾਰਮੋਨ ਦੀ ਕਮੀ ਹੋ ਜਾਂਦੀ, ਜਿਸ ਕਰਕੇ ਹਾਈਪਰਥਾਇਰੋਇਡਿਜ਼ਮ ਹੋ ਜਾਂਦਾ, ਅਤੇ ਹਾਈਪਰਥਾਇਰੋਇਡਿਜ਼ਮ ਕਰਕੇ ਕੀ ਹੋ ਜਾਂਦਾ ਸਿੰਪਲ ਗੋਇਟਰ ਹੋ ਜਾਂਦਾ। ਐਂਡ ਆਪਣੇ ਕੋਲ ਲਾਸਟ ਜੋ ਬਚਿਆ that is ਆਪਣੇ ਕੋਲ ਐਗਜ਼ੋਪੈਥੈਲਮਿਕ ਹਾਰਮੋਨ ਜਾਂ ਫਿਰ ਜਿਹਨੂੰ ਆਪਾਂ ਗ੍ਰੇਵਸ ਡਿਸੀਜ਼ ਵੀ ਕਹਿੰਦੇ, ਇਹ ਤਾਂ ਹੋ ਜਾਂਦਾ ਕਿਉਂਕਿ ਆਪਣੇ ਕੋਲ ਥਾਇਰੋਇਡ ਹਾਰਮੋਨ ਕੀ ਹੋ ਜਾਂਦਾ ਵੱਧ ਜਾਂਦਾ ਆਪਣੀ ਬੋਡੀ ਦੇ ਵਿੱਚ, ਅਤੇ ਆਪਣੇ ਕੋਲ ਕੋਈ ਚੀਜ਼ ਵੱਧ ਜਾਂਦੀ ਮਤਲਬ ਆਪਣੀ ਬਲਸਟਾਈਜ਼ ਅੱਖਾਂ ਡੇਲੇ ਬਾਹਰ ਨਿਕਲ ਜਾਂਦੇ ਨੇ, ਬਲਸਟਾਈਜ਼ ਹੋ ਜਾਂਦੇ ਆ, ਅਤੇ ਆਪਣੇ ਕੋਲ ਵੇਟ ਘੱਟ ਜਾਂਦਾ। BMR ਉੱਥੇ BMR ਆਪਣੇ ਕੋਲ ਕੀ ਕਰ ਰਿਹਾ ਸੀਗਾ ਘੱਟ ਰਿਹਾ ਸੀਗਾ, ਕਿੱਥੇ ਘੱਟ ਰਿਹਾ ਸੀਗਾ ਆਪਣੇ ਕੋਲ ਕ੍ਰਿਟਿਨਿਜ਼ਮ ਦੇ ਵਿੱਚ, ਇਹਦੇ ਆਪਣੇ ਕੋਲ ਕੀ ਆ BMR ਵੱਧ ਰਿਹਾ, ਬੋਡੀ ਟੈਂਪਰੇਚਰ ਵੀ ਵੱਧ ਰਿਹਾ। ਲਾਟ ਆਟੋਇਮਿਊਨ ਡਿਸੀਜ਼ ਆਪਣੇ ਸੈੱਲ ਆਪਣੇ ਹੀ ਦੁਸ਼ਮਣ ਬਣ ਜਾਂਦੇ ਨੇ, ਮਤਲਬ ਆਪਣੇ ਸੈੱਲ ਦੂਸਰੇ ਸੈੱਲਸ ਨੂੰ ਕੀ ਦੁਸ਼ਮਣ ਸਮਝ ਕੇ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ। ਐਂਡ ਇਹਦੀ ਕੋਈ ਹੋਰ ਐਗਜ਼ਾਮਪਲ ਹੈ ਰਿਮੇਟੋਇਡ ਅਰਥਰਾਈਟਿਸ, ਜਿਹਦੇ ਵਿੱਚ ਆਪਣੇ ਕੋਲ ਕੀ ਆ ਗੋਡਿਆਂ ਦੀ ਬਿਮਾਰੀ ਹੁੰਦੀ ਆ, ਉਹ ਆਪਣੇ ਜਿਹੜੇ ਗੋਡੇ ਹੁੰਦੇ ਨੇ ਉਹਨਾਂ ਦੇ ਜਿਹੜੀ ਬੋਨਸ ਹੁੰਦੀਆਂ ਨੇ ਉਹ ਆਟੋਇਮਿਊਨ ਡਿਸਆਰਡਰ ਆ, ਉਹਦੇ ਵਿੱਚ ਸੈਲਸ ਇੱਕ ਦੂਜੇ ਨੂੰ ਕੀ ਆ ਡਿਸਟਰੋਏ ਕਰਨਾ ਸ਼ੁਰੂ ਕਰ ਦਿੰਦੇ ਨੇ, ਠੀਕ ਹੈ। ਸੋ ਆਪਣਾ ਉਹ ਥਾਇਰੋਇਡ ਗਲੈਂਡ ਇੱਥੇ ਖਤਮ ਹੁੰਦਾ। ਅਗਲੇ ਵੀਡੀਓ ਦੇ ਵਿੱਚ ਆਪਾਂ ਪੈਰਾਥਾਇਰੋਇਡ ਗਲੈਂਡ ਬਾਰੇ ਪੜ੍ਹਾਂਗੇ। ਓਕੇ, ਗੁੱਡ ਬਾਏ। ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ। ਟਿਲ ਦੈਨ ਸਟੇ ਸੇਫ ਐਂਡ ਸਟੇ ਹੈਪੀ। ਗੁੱਡ ਬਾਏ।